ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਅਸੀਂ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ। ਅਸੀਂ ਆਪਣੇ ਦਿਆਲੂ ਅਤੇ ਕਿਰਪਾਲੂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਦਾ ਆਨੰਦ ਉਠਾ ਰਹੇ ਹੋਵੋਗੇ ਅਤੇ ਤੁਹਾਨੂੰ ਇਹਨਾਂ ਪ੍ਰੋਗਰਾਮਾਂ ਦਾ ਆਤਮਿਕ ਲਾਭ ਵੀ ਮਿਲ ਰਿਹਾ ਹੋਏਗਾ। ਦੋਸਤੋ, ਅਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ ਵਿੱਚੋਂ ਅਧਿਐਨ ਕਰਦੇ ਆ ਰਹੇ ਹਾਂ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਵੇਖਿਆ ਕਿ ਕਿਵੇਂ ਯਹੂਦਾ ਪਰਮੇਸ਼ਰ ਦੀ ਭਵਿਸ਼ਵਾਣੀਆਂ ਦੀ ਅਣਗਹਿਲੀ ਕਰਕੇ ਆਪਣੇ ਪਾਪਾਂ ਤੋਂ ਤੋਬਾ ਨਹੀਂ ਕਰਦਾ, ਸਗੋਂ ਪਰਮੇਸ਼ਰ ਦੇ ਨਬੀਆਂ ਦਾ ਤਿਰਸਕਾਰ ਕਰਦਾ, ਜਿਸ ਦਾ ਪਰਿਣਾਮ ਇਹ ਹੁੰਦਾ ਕਿ ਉਹ ਬਾਬੁਲ ਦੀ ਗੁਲਾਮੀ ਵਿੱਚ ਚਲਿਆ ਜਾਂਦਾ। ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੇਖਿਆ ਕਿ ਦਾਨੀਏਲ ਅਤੇ ਬਹੁਤ ਸਾਰੇ ਲੋਕਾਂ ਨੂੰ ਰਾਜਾ ਨਬੂਕਦਨੇਸਰ ਨੇ ਮਹਿਲ ਵਿੱਚ ਸੇਵਾ ਕਰਨ ਦੇ ਲਈ ਸਰੀਰਿਕ, ਮਾਨਸਿਕ ਅਤੇ ਸਮਾਜਿਕ ਮਾਪਦੰਡਾਂ ਦੇ ਉੱਤੇ ਵੀ ਪਰਖਿਆ। ਫਿਰ ਉਹਨਾਂ ਨੂੰ 3 ਸਾਲਾਂ ਤੱਕ ਬਾਬੁਲ ਦਾ ਸਕੂਲੀ ਪਾਠਕ੍ਰਮ ਪੜ੍ਹਾਇਆ ਗਿਆ ਤਾਂ ਜੋ ਬਾਬੁਲ ਦੀ ਕਲਾ, ਸੰਸਕ੍ਰਿਤੀ ਅਤੇ ਭਾਸ਼ਾ ਦੇ ਨਾਲ ਚੰਗੀ ਤਰ੍ਹਾਂ ਜਾਣੂ ਹੋ ਜਾਣ, ਤਾਂ ਜੋ ਬਾਬੁਲ ਦੇ ਸੱਭਿਆਚਾਰ ਦੇ ਵਿੱਚ ਚੰਗੀ ਤਰ੍ਹਾਂ ਨਾਲ ਰਚ ਬਸ ਜਾਣ। ਹੁਣ ਅੱਗੇ ਚੱਲਦੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਦੇ ਅਧਿਐਨ ਨੂੰ ਜਾਰੀ ਰੱਖਾਂਗੇ। ਸੋ ਦੋਸਤੋ, ਆਓ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਅਧਿਐਨ ਨੂੰ ਸ਼ੁਰੂ ਕਰੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਉਸ ਦੇ ਲਈ ਸੁਣਦੇ ਹਾਂ ਇਹ ਭਜਨ। रहेगा नाम सदा तीकर मसीदा, रहेगा नाम सदा तीकर मसीदा, रहेगा जद तलक सूरज रहेगा, रहेगा जद तलक सूरज रहेगा। के उस तो बरकता सब लोग पावण, के उस तो बरकता सब लोग पावण, ते कौमा ओस्तियां धन्यवाद गावण, ते कौमा ओस्तियां धन्यवाद गावण। खुदा दा पाक ना है शान वाला, खुदा दा पाक ना है शान वाला, सदा तीकर मुबारक हो रहेगा, सदा तीकर मुबारक हो रहेगा। ਸਰੋਤਾ ਦੋਸਤੋ, ਅੱਜ ਦੇ ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਕੁਝ ਇਸ ਤਰ੍ਹਾਂ ਹੋਵੇਗੀ। ਨੰਬਰ 1, ਨਾ ਸਮਝੌਤਾ ਕਰਨ ਵਾਲੀ ਜ਼ਿੰਦਗੀ ਦਾ ਫੈਸਲਾ।
ਨੰਬਰ 2, ਨਾ ਸਮਝੌਤਾ ਕਰਨ ਵਾਲੀ ਜ਼ਿੰਦਗੀ ਦੇ ਲਈ ਸਹਾਰਾ। ਨੰਬਰ 3, ਇੱਕ ਨਾ ਸਮਝੌਤਾ ਕਰਨ ਵਾਲੀ ਜ਼ਿੰਦਗੀ ਦੇ ਨਤੀਜੇ। ਭਾਗ ਊੜਾ, ਹੌਸਲਾ। ਭਾਗ ਐੜਾ, ਕਾਇਲ ਕੀਤੇ ਜਾਣਾ। ਭਾਗ ਈੜੀ, ਨਮਰਤਾ। ਭਾਗ ਸੱਸਾ, ਭਰੋਸਾ। ਭਾਗ ਹਾਹਾ, ਇਕਸਰਤਾ। ਨੰਬਰ 4, ਇੱਕ ਨਾ ਸਮਝੌਤਾ ਕਰਨ ਵਾਲੀ ਜ਼ਿੰਦਗੀ ਦੇ ਫਲ। ਭਾਗ ਊੜਾ, ਖਾਸ ਅਸਰ। ਭਾਗ ਐੜਾ, ਖਾਸ ਬੁੱਧ। ਭਾਗ ਈੜੀ, ਖਾਸ ਅੰਤਰਦ੍ਰਿਸ਼ਟੀ। ਭਾਗ ਸੱਸਾ, ਖਾਸ ਪ੍ਰਭਾਵ। ਮੈਂ ਦਾਨੀਏਲ ਨਬੀ ਦੀ ਪੁਸਤਕ ਉਸ ਦਾ 1 ਅਧਿਆਇ ਉਸ ਦੀ 8 ਐਤ ਤੋਂ ਅੱਗੇ ਬਾਈਬਲ ਬਾਣੀ ਤੋਂ ਇਹਨਾਂ ਵਚਨਾਂ ਨੂੰ ਪੜ੍ਹ ਰਿਹਾ ਹਾਂ। ਪਰ ਦਾਨੀਏਲ ਨੇ ਆਪਣੇ ਦਿਲ ਵਿੱਚ ਮਨਸ਼ਾ ਬੰਨੀ, ਭਾਈ ਆਪਣੇ ਤਾਈਂ ਰਾਜੇ ਦੇ ਸਵਾਦਲੇ ਭੋਜਨ ਨਾਲ ਅਤੇ ਉਹਦੀ ਸ਼ਰਾਬ ਨਾਲ ਜਿਹੜੀ ਉਹ ਪੀਂਦਾ ਸੀ ਨਪਾਕ ਨਾ ਕਰੇ। ਇਸ ਕਰਕੇ ਉਸਨੇ ਖੁਸਰਿਆਂ ਦੇ ਸਰਦਾਰ ਦੇ ਅੱਗੇ ਬੇਨਤੀ ਕੀਤੀ, ਭਾਈ ਉਹ ਆਪਣੇ ਆਪ ਨੂੰ ਨਪਾਕ ਕਰਨ ਤੋਂ ਮਾਫ ਕੀਤਾ ਜਾਵੇ। ਅਤੇ ਪਰਮੇਸ਼ਰ ਨੇ ਅਜਿਹਾ ਕੀਤਾ ਕਿ ਖੁਸਰਿਆਂ ਦੇ ਸਰਦਾਰ ਦੀ ਕਿਰਪਾ ਤੇ ਪ੍ਰੇਮ ਦੀ ਨਿਗਾਹ ਦਾਨੀਏਲ ਉੱਤੇ ਹੀ ਰਹੀ। ਔਰ ਖੁਸਰਿਆਂ ਦੇ ਸਰਦਾਰ ਨੇ ਦਾਨੀਏਲ ਨੂੰ ਆਖਿਆ, ਭਾਈ ਮੈਂ ਆਪਣੇ ਸੁਆਮੀ ਮਹਾਰਾਜੇ ਤੋਂ, ਜਿਹਨੇ ਤੁਹਾਡੇ ਖਾਣੇ ਪੀਣੇ ਨੂੰ ਠਹਿਰਾਇਆ ਹੈ, ਡਰਦਾ ਹਾਂ। ਤੁਹਾਡੇ ਮੂੰਹ ਉਹਦੀ ਨਿਗਾਹ ਵਿੱਚ ਤੁਹਾਡੇ ਹਾਣੀਆਂ ਦੇ ਮੂੰਹਾਂ ਨਾਲੋਂ ਕਾਹਨੂੰ ਮਾੜੇ ਦਿਸਣ, ਅਤੇ ਇਉਂ ਤੁਸੀਂ ਮੇਰੇ ਸਿਰ ਰਾਜੇ ਦੇ ਦਰਬਾਰ ਖਤਰੇ ਦੇ ਵਿੱਚ ਪਾਓ। ਤਾਂ ਦਾਨੀਏਲ ਨੇ ਦਰੋਗਾ ਨੂੰ, ਜਿਹਨੂੰ ਖੁਸਰਿਆਂ ਦੇ ਸਰਦਾਰ ਨੇ ਦਾਨੀਏਲ, ਹਨਨੀਆ, ਮਿਸ਼ਾਇਲ ਤੇ ਅਜ਼ਰਯਾਹ ਉੱਤੇ ਥਾਪਿਆ ਸੀ, ਆਖਿਆ, ਭਾਈ ਤੂੰ 10 ਦਿਨ ਤੱਕ ਆਪਣੇ ਬੰਦਿਆਂ ਨੂੰ ਪਰਖ ਕਿ ਵੇਖ ਅਤੇ ਖਾਣ ਲਈ ਦਾਲ ਤੇ ਪੀਣ ਲਈ ਪਾਣੀ ਸਾਨੂੰ ਦਿਵਾਓ, ਤਾਂ ਸਾਡੇ ਮੂੰਹ ਅਤੇ ਉਹਨਾਂ ਜਵਾਨਾਂ ਦੇ ਮੂੰਹ ਜਿਹੜੇ ਰਾਜੇ ਦੇ ਸਵਾਦਲੇ ਭੋਜਨ ਖਾਂਦੇ ਹਨ ਤੇਰੇ ਸਾਹਮਣੇ ਵੇਖੇ ਜਾਣ। ਫਿਰ ਆਪਣੇ ਬੰਦਿਆਂ ਨਾਲ ਜੋ ਤੂੰ ਠੀਕ ਸਮਝੇ ਕਰੀਂ। ਸੋ ਉਸਨੇ ਉਹਨਾਂ ਦੀ ਇਹ ਗੱਲ ਮੰਨੀ ਅਤੇ 10 ਦਿਨ ਤੀਕਰ ਉਹਨਾਂ ਨੂੰ ਪਰਖਿਆ। ਅਤੇ 10 ਦਿਨ ਦੇ ਮਗਰੋਂ ਉਹਨਾਂ ਸਾਰੇ ਜਵਾਨਾਂ ਦੇ ਨਾਲੋਂ ਜਿਹੜੇ ਰਾਜੇ ਦੇ ਸਵਾਦਲੇ ਭੋਜਨ ਖਾਂਦੇ ਸਨ, ਉਹਨਾਂ ਦੇ ਮੂੰਹ ਵਧੀਕ ਸੁੰਦਰ ਅਤੇ ਸਰੀਰ ਮੋਟੇ ਦਿਸਦੇ ਸਨ। ਤਾਂ ਦਰੋਗਾ ਨੇ ਉਹਨਾਂ ਦੇ ਸਵਾਦਲੇ ਭੋਜਨਾਂ ਅਤੇ ਸ਼ਰਾਬ ਪੀਣ, ਜਿਹੜੀ ਉਹਨਾਂ ਦੇ ਪੀਣ ਲਈ ਥਾਪੀ ਹੋਈ ਸੀ, ਬੰਦ ਕਰ ਦਿੱਤੀ ਅਤੇ ਉਹਨਾਂ ਨੂੰ ਦਾਲ ਦਿੱਤੀ। ਹੁਣ ਰਹੇ ਉਹ 4 ਜਵਾਨ। ਪਰਮੇਸ਼ਰ ਨੇ ਉਹਨਾਂ ਨੂੰ ਗਿਆਨ ਅਤੇ ਸਾਰੀ ਵਿਦਿਆ ਤੇ ਮੱਤ ਵਿੱਚ ਬੁੱਧੀ ਦਿੱਤੀ ਅਤੇ ਦਾਨੀਏਲ ਵਿੱਚ ਹਰ ਤਰ੍ਹਾਂ ਦੇ ਦਰਸ਼ਨਾਂ ਅਤੇ ਸੁਪਨਿਆਂ ਦੀ ਸਮਝ ਸੀ। ਔਰ ਜਦ ਉਹ ਦਿਨ ਹੋ ਚੁੱਕੇ ਜਿਨ੍ਹਾਂ ਦੇ ਮਗਰੋਂ ਰਾਜੇ ਦੇ ਹੁਕਮ ਅਨੁਸਾਰ ਉਹਨਾਂ ਨੇ ਉਹਦੇ ਸਾਹਮਣੇ ਆਉਣਾ ਸੀ, ਤਦ ਖੁਸਰਿਆਂ ਦਾ ਸਰਦਾਰ ਉਹਨਾਂ ਨੂੰ ਨਮੂਕਦ ਨਜ਼ਰ ਦੇ ਦਰਬਾਰ ਵਿੱਚ ਲਿਆਇਆ ਅਤੇ ਰਾਜਾ ਨੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਅਤੇ ਉਹਨਾਂ ਵਿੱਚੋਂ ਦਾਨੀਏਲ, ਹਨਨੀਆ, ਮਿਸ਼ਾਇਲ ਅਤੇ ਅਜ਼ਰਯਾਹ ਵਾਂਗੂ ਕੋਈ ਨਹੀਂ ਸੀ। ਇਸ ਲਈ ਉਹ ਰਾਜੇ ਦੇ ਦਰਬਾਰ ਖੜੇ ਰਹਿਣ ਲੱਗੇ ਅਤੇ ਬੁੱਧ ਤੇ ਸ਼ਨਾਸ ਦੀ ਹਰ ਇੱਕ ਗੱਲ ਵਿੱਚ ਜਿਹਦੇ ਵਿਖੇ ਰਾਜੇ ਨੇ ਉਹਨਾਂ ਕੋਲ ਸਵਾਲ ਕੀਤਾ, ਉਸਨੇ ਉਹਨਾਂ ਨੂੰ ਜਾਦੂਗਰ ਅਤੇ ਜੋਸ਼ੀਆਂ ਨਾਲੋਂ ਜਿਹੜੇ ਉਹਦੇ ਸਾਰੇ ਦੇਸ਼ ਵਿੱਚ ਸਨ 10 ਗੁਣਾ ਅੱਛਾ ਪਾਇਆ। ਅਤੇ ਦਾਨੀਏਲ ਖੋਰਸ ਰਾਜਾ ਦੇ ਪਹਿਲੇ ਬਰੇ ਤੱਕ ਰਿਹਾ। ਪਰਮੇਸ਼ਰ ਦੇ ਦੁਆਰਾ ਇੱਕ ਮਨੁੱਖ ਦਾ ਤਿਆਰ ਕੀਤਾ ਜਾਣਾ ਇੱਕ ਅਦਭੁਤ ਕੰਮ ਹੈ। ਜਦੋਂ ਅਸੀਂ ਉਸ ਨੂੰ ਤੱਕਦੇ ਹਾਂ, ਜਿਵੇਂ ਕਿ ਇੱਥੇ ਦਾਨੀਏਲ ਨਬੀ ਦੀ ਪੁਸਤਕ ਵਿੱਚ ਕਰਦੇ ਹਾਂ, ਅਸੀਂ ਹੈਰਾਨ ਹੋ ਕੇ ਰਹਿ ਜਾਂਦੇ ਹਾਂ, ਜਦੋਂ ਕਿ ਮਨੁੱਖ ਦੇ ਨਜ਼ਰੀਆਂ ਤੋਂ ਜੋ ਕੁਝ ਇੱਥੇ ਵਾਪਰ ਰਿਹਾ ਹੈ ਉਹ ਤਾਂ ਪਰਮੇਸ਼ਰ ਦਾ ਕਾਰਜ ਹੈ। ਜੋ ਕੁਝ ਇੱਥੇ ਵਾਪਰ ਰਿਹਾ ਹੈ ਉਹ ਤਾਂ ਪਰਮੇਸ਼ਰ ਵੱਲੋਂ ਆਪਣੇ ਕਾਮੇ ਨੂੰ ਤਿਆਰ ਕੀਤਾ ਜਾ ਰਿਹਾ ਹੈ। ਪਰਮੇਸ਼ਰ ਹਮੇਸ਼ਾ ਹੀ ਆਪਣੇ ਕੰਮ ਨਾਲ ਜ਼ਿਆਦਾ ਆਪਣੇ ਉਸ ਕਾਮੇ ਦੇ ਬਾਰੇ ਜ਼ਿਆਦਾ ਖਿਆਲ ਰੱਖਦਾ ਹੈ। ਜਦੋਂ ਅਸੀਂ ਆਪਣਾ ਧਿਆਨ ਸੇਵਾ ਉੱਤੇ ਕੇਂਦਰਿਤ ਕਰ ਲੈਂਦੇ ਹਾਂ, ਪਰ ਜੋ ਪਰਮੇਸ਼ਰ ਹੈ ਉਹ ਹਮੇਸ਼ਾ ਹੀ ਆਪਣਾ ਧਿਆਨ ਸੇਵਕ ਦੇ ਉੱਤੇ ਕੇਂਦਰਿਤ ਕਰਦਾ ਹੈ। ਅਸੀਂ ਹਮੇਸ਼ਾ ਹੀ ਉਸ ਵਿੱਚ ਰੁਚੀ ਲੈਂਦੇ ਹਾਂ ਜੋ ਕੋਈ ਮਨੁੱਖ ਕਰਦਾ ਹੈ, ਪਰ ਪਰਮੇਸ਼ਰ ਉਸ ਗੱਲ ਦੇ ਬਾਰੇ ਉਤੇਜਿਤ ਹੁੰਦਾ ਹੈ ਕਿ ਇੱਕ ਮਨੁੱਖ ਕੀ ਹੈ, ਕਿਉਂ ਜੋ ਪਰਮੇਸ਼ਰ ਜਾਣਦਾ ਹੈ ਕਿ ਜੇਕਰ ਇੱਕ ਮਨੁੱਖ ਉਹ ਹੋਵੇ ਜੋ ਉਸ ਨੂੰ ਹੋਣਾ ਚਾਹੀਦਾ ਹੈ, ਤਦ ਜੋ ਕੁਝ ਉਹ ਕਰਦਾ ਹੈ ਉਹ ਵੀ ਠੀਕ ਠਾਕ ਹੋਵੇਗਾ। ਜਦੋਂ ਅਸੀਂ ਇਸ ਮਨੁੱਖ ਦਾਨੀਏਲ ਨੂੰ ਤੱਕਦੇ ਹਾਂ, ਤਦ ਅਸੀਂ ਇੱਕ ਵਾਰ ਫਿਰ ਇਹ ਦੇਖਣ ਦੇ ਲਈ ਭਰਮਾਏ ਜਾਂਦੇ ਹਾਂ ਕਿ ਉਸਨੇ ਕੀ ਕੀਤਾ ਸੀ ਅਤੇ ਉਸ ਦਾ ਪ੍ਰਭਾਵ ਕਾਫੀ ਦੂਰ ਤੱਕ ਪਹੁੰਚਣ ਵਾਲਾ ਸੀ। ਪਰ ਹੁਣ ਪਰਮੇਸ਼ਰ ਨੇ ਉਸ ਨੂੰ ਉਸ ਦਾ ਚੈਂਪੀਅਨ ਹੋਣ ਦੇ ਲਈ ਤਿਆਰ ਕੀਤਾ ਸੀ, ਜੋ ਕਿ ਇਸ ਨਾਲੋਂ ਵੀ ਵੱਧ ਹੈਰਾਨ ਕਰਨ ਵਾਲਾ ਅੰਕਲੁਚ ਹੋਇਆ ਸੀ, ਕਿਉਂਕਿ ਪਰਮੇਸ਼ਰ ਅਸਲ ਵਿੱਚ ਆਪਣੇ ਕੰਮ ਦਾ ਆਰੰਭ ਕਾਫੀ ਸਮਾਂ ਪਹਿਲਾਂ, ਇੱਥੋਂ ਤੱਕ ਕਿ ਇਸ ਪੁਸਤਕ ਦੇ ਸਾਡੇ ਦੁਆਰਾ ਖੋਲੇ ਜਾਣ ਤੋਂ ਵੀ ਕਾਫੀ ਪਹਿਲਾਂ ਦਾਨੀਏਲ ਦੇ ਜੀਵਨ ਵਿੱਚ ਸ਼ੁਰੂ ਕਰ ਰਿਹਾ ਸੀ। ਕਾਫੀ ਸਮੇਂ ਪਹਿਲਾਂ ਦਾਨੀਏਲ ਜਦੋਂ ਕਿ 14 ਸਾਲਾਂ ਦਾ ਸੀ, ਰਾਜੇ ਦੇ ਮਨੁੱਖ ਹੋਣ ਦੇ ਲਈ ਬਾਬਲ ਦੇ ਮਹਿਲ ਦੇ ਵਿੱਚ ਆਇਆ। ਜਦੋਂ ਕਿ ਦਾਨੀਏਲ ਆਪਣੇ ਲੜਕਪਨ ਦੇ ਦਿਨਾਂ ਦੇ ਵਿੱਚ ਸੀ, ਤਾਂ ਦਾਨੀਏਲ ਨੇ ਹੋ ਸਕਦਾ ਹੈ ਕੁਝ ਬਹੁਤ ਹੀ ਗਹਿਰੇ ਪ੍ਰਭਾਵ ਆਪਣੇ ਜੀਵਨ ਦੇ ਵਿੱਚ ਪਾਏ ਹੋਣ। ਪਰਮੇਸ਼ਰ ਦੇ ਇੰਤਜ਼ਾਮ ਵਿੱਚ ਹੋ ਕੇ ਉਸਨੇ ਦਾਨੀਏਲ ਨੂੰ ਨੇਕ ਰਾਜਾ ਯਹੋਸ਼ਾਫਾਤ ਦੇ ਰਾਜ ਦੇ ਦੌਰਾਨ ਜਨਮ ਲੈਣ ਦਿੱਤਾ ਸੀ।
ਇੱਕੋ ਹੀ ਇੱਕ ਨੇਕ ਰਾਜਾ ਜੋ ਯਹੂਦਾ ਵਿੱਚ ਦੱਖਣ ਦੀ ਪਾਤਸ਼ਾਹੀ ਦੇ ਖੇਤਰ ਵਿੱਚ ਸੀ। ਯਹੋਸ਼ੀਯਾਹ ਪਹਿਲੇ ਨੇਕ ਰਾਜਾ ਸੀ ਜੋ ਉਹਨਾਂ ਲੋਕਾਂ ਨੇ 57 ਸਾਲਾਂ ਦੇ ਦੌਰਾਨ ਪਾਇਆ ਸੀ। ਇੱਕ ਮਨੁੱਖ ਜਿਸ ਨੇ 55 ਸਾਲ ਰਾਜਗੱਦੀ ਉੱਤੇ ਰਾਜ ਕੀਤਾ, ਉਸ ਦਾ ਨਾਂ ਮਨਸ਼ੇ ਸੀ। ਉਹ ਇੱਕ ਦੁਸ਼ਟ ਰਾਜਾ ਸੀ ਅਤੇ ਕਿੰਨਾ ਮੰਦਭਾਗ ਅਤੇ ਦੁਸ਼ਟ ਰਾਜਾ, ਜਿਸ ਨੂੰ ਕਿ ਪਰਮੇਸ਼ਰ ਦੀ ਬਾਈਬਲ ਬਾਣੀ ਦੇ ਅਨੁਸਾਰ ਉਸ ਨੇ ਉਸ ਨੂੰ ਮਾਫ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਦੇ 55 ਸਾਲ ਦੇ ਰਾਜ ਤੋਂ ਬਾਅਦ ਉਸ ਦਾ ਪੁੱਤਰ ਆਮੋਨ ਰਾਜਗੱਦੀ ਉੱਤੇ ਬੈਠਾ। ਉਸ ਨੇ ਸਿਰਫ 2 ਸਾਲ ਰਾਜ ਕੀਤਾ। ਉਹ ਇੰਨਾ ਜ਼ਿਆਦਾ ਬੁਰਾ ਸੀ ਕਿ ਬਾਈਬਲ ਬਾਣੀ ਆਖਦੀ ਹੈ ਕਿ ਉਸ ਦੇ ਆਪਣੇ ਘਰ ਦੇ ਨੌਕਰ ਨੇ ਉਸ ਦੇ ਵਿਰੁੱਧ ਗੁਪਤ ਯੋਜਨਾ ਬਣਾਈ ਅਤੇ ਜਦੋਂ ਉਹ ਨਹੀਂ ਵੇਖ ਰਿਹਾ ਸੀ ਤਦ ਉਸ ਦੇ ਖੁਦ ਦੇ ਨੌਕਰ ਨੇ ਉਸ ਨੂੰ ਮਾਰ ਸੁੱਟਿਆ। ਇਸ ਤੋਂ ਮਗਰੋਂ ਯਹੋਸ਼ੀਯਾਹ ਰਾਜਗੱਦੀ ਉੱਤੇ ਬੈਠਾ ਜਦੋਂ ਉਹ ਸਿਰਫ 8 ਸਾਲ ਦਾ ਸੀ। ਜਦੋਂ ਉਹ ਰਾਜਾ ਬਣਿਆ, ਇਤਿਹਾਸ ਦੇ ਸਭ ਤੋਂ ਮਹਾਨ ਬੇਦਾਰੀ ਵਿੱਚੋਂ ਇੱਕ ਬੇਦਾਰੀ ਇਸ ਨੌਜਵਾਨ ਰਾਜੇ ਦੀ ਅਗਵਾਈ ਵਿੱਚ ਬਰਪੀ ਸੀ, ਜਿਸ ਨੇ ਉਦੋਂ ਰਾਜ ਕਰਨਾ ਆਰੰਭ ਕੀਤਾ ਜਦੋਂ ਉਹ 8 ਸਾਲਾਂ ਦਾ ਸੀ ਅਤੇ 39 ਸਾਲ ਦੀ ਉਮਰ ਤੱਕ ਉਸ ਨੇ ਰਾਜ ਕੀਤਾ। ਦੂਸਰੀ ਇਤਿਹਾਸ ਦੀ ਪੁਸਤਕ 35 ਅਧਿਆਏ ਦੇ ਵਚਨ ਸਾਨੂੰ ਦੱਸਦੇ ਹਨ ਕਿ ਉਸ ਦੇ ਰਾਜ ਦੇ 8ਵੇਂ ਬਰੇ ਵਿੱਚ ਉਸ ਨੇ ਪਰਮੇਸ਼ਰ ਨੂੰ ਭਾਲਣਾ ਆਰੰਭ ਕੀਤਾ। 12ਵੇਂ ਬਰੇ ਵਿੱਚ ਉਸ ਨੇ ਯਹੂਦਾ ਅਤੇ ਇਸਰਾਇਲ ਵਿੱਚੋਂ ਉਸ ਦੇ ਬੁੱਤ ਨੂੰ ਪਰੇ ਕਰਨਾ ਆਰੰਭ ਕੀਤਾ, ਜੋ ਬੁੱਤ ਉਸ ਦੇਸ਼ ਵਿੱਚ ਪਾਏ ਜਾਂਦੇ ਸਨ। ਅਤੇ ਇਸ ਤਰ੍ਹਾਂ ਇਹ ਆਰੰਭ ਯਹੋਸ਼ੀਯਾਹ ਦੇ ਦਿਨਾਂ ਵਿੱਚੋਂ ਹੋਇਆ ਸੀ, ਜੋ ਕਿ ਸਭ ਤੋਂ ਵੱਧ ਮਹੱਤਵਪੂਰਨ ਬੇਦਾਰੀ ਸੀ, ਜਿਸ ਨੂੰ ਕਦੇ ਵੀ ਇਸ ਜਗਤ ਨੇ ਨਹੀਂ ਸੀ ਜਾਣਿਆ ਹੋਵੇ। ਯਹੋਸ਼ੀਯਾਹ ਹੈਕਲ ਦੀ ਭਿਆਨਕ ਸਥਿਤੀ ਬਾਰੇ ਕਾਇਲ ਕੀਤਾ ਗਿਆ ਸੀ। ਇਸ ਲਈ ਉਸਨੇ ਕੁਝ ਲੋਕਾਂ ਦੀ ਟੋਲੀ ਨੂੰ ਇਕੱਠਾ ਕੀਤਾ ਜੋ ਕਿ ਸੁਲੇਮਾਨ ਦੀ ਹੈਕਲ ਨੂੰ ਜਾਣ ਵਾਲੇ ਸਨ, ਤਾਂ ਕਿ ਉਹ ਇਸ ਨੂੰ ਦੁਬਾਰਾ ਉਸਾਰਨ ਅਤੇ ਇਸ ਨੂੰ ਸਜਾਉਣ। ਅਤੇ ਬਾਈਬਲ ਬਾਣੀ ਆਖਦੀ ਹੈ ਕਿ ਜਦੋਂ ਉਹ ਹੈਕਲ ਨੂੰ ਦੁਬਾਰਾ ਫਿਰ ਉਸਾਰ ਰਹੇ ਸਨ ਤਦ ਉਹਨਾਂ ਨੇ ਇੱਕ ਪੋਥੀ ਮਿਲੀ। ਇਹ ਪੋਥੀ ਭਵਿਸ਼ਤਾ ਦੀ ਪੋਥੀ ਸੀ। ਕੀ ਮੈਂ ਇੱਥੇ ਇੱਕ ਪਲ ਦੇ ਲਈ ਰੁਕ ਸਕਦਾ ਹਾਂ ਅਤੇ ਆਪ ਦੇ ਅੱਗੇ ਆਪਣੀ ਹੈਰਾਨੀ ਨੂੰ ਜ਼ਾਹਿਰ ਕਰ ਸਕਦਾ ਹਾਂ ਕਿ ਭਵਿਸ਼ਤਾ ਦੀ ਪੋਥੀ ਕਦੇ ਇੱਕ ਕਲੀਸਿਆ ਦੇ ਵਿੱਚ ਗੁੰਮ ਹੋ ਸਕਦੀ ਹੈ? ਅਤੇ ਫਿਰ ਵੀ ਜਦੋਂ ਮੈਂ ਇਹ ਆਖਦਾ ਹਾਂ, ਮੈਂ ਇਹ ਆਖਦਾ ਜਾ ਸਕਾਂ ਕਿ ਇਹ ਤਾਂ ਮਨੁੱਖਾਂ ਅਤੇ ਔਰਤਾਂ ਦਾ ਇੱਕ ਆਮ ਅਨੁਭਵ ਹੈ। ਕਲੀਸਿਆ ਦੇ ਵਿੱਚ ਲਗਾਤਾਰ ਹਰੇਕ ਐਤਵਾਰ ਨੂੰ ਜਾਣਾ ਅਤੇ ਉਹਨਾਂ ਸਾਰੇ ਕੁਦੇਸ਼ਾਂ ਅਤੇ ਮਨਸੂਬਿਆਂ ਦੇ ਲਈ, ਅਤੇ ਫਿਰ ਵੀ ਜੋ ਭਵਿਸ਼ਤਾ ਦੀ ਪੁਸਤਕ ਹੈ ਹੋ ਸਕਦਾ ਹੈ ਖੋਈ ਹੋਈ ਹੋਵੇ, ਕਿਉਂਕਿ ਉਹ ਕਦੇ ਵੀ ਇਸ ਨੂੰ ਖੋਲ੍ਹਦੇ ਨਹੀਂ। ਅਸਲ ਵਿੱਚ ਇੱਕ ਗੱਲ ਜੋ ਲੋਕ ਆਖਦੇ ਹਨ ਜਦੋਂ ਉਹ ਇੱਥੇ ਕਲੀਸਿਆ ਦੇ ਵਿੱਚ ਆਉਂਦੇ ਹਨ, ਜਦੋਂ ਮੈਂ ਉਹਨਾਂ ਦੇ ਨਾਲ ਗੱਲ ਕਰਦਾ ਹਾਂ, ਉਹ ਇਹ ਹੈ ਕਿ ਉਹ ਹੈਰਾਨ ਹੁੰਦੇ ਹਨ ਕਿਉਂਕਿ ਹਰੇਕ ਆਪਣੀ ਬਾਈਬਲ ਨਾਲ ਲਿਆਉਂਦਾ ਹੈ। ਇਸ ਕਲੀਸਿਆ ਵਿੱਚ ਭਵਿਸ਼ਤਾ ਦੀ ਪੋਥੀ ਖੋਈ ਨਹੀਂ ਹੈ। ਜਦੋਂ ਉਹ ਹੈਕਲ ਦੀ ਦੁਆਰਾ ਉਸਾਰੀ ਕਰ ਰਹੇ ਸਨ ਤਦ ਉਹਨਾਂ ਨੂੰ ਭਵਿਸ਼ਤਾ ਦੀ ਪੋਥੀ ਮਿਲੀ ਅਤੇ ਬਾਈਬਲ ਬਾਣੀ ਆਖਦੀ ਹੈ ਕਿ ਫਿਲਿਪੀਆ ਜਾਜਕ ਨੇ ਭਵਿਸ਼ਤਾ ਦੀ ਪੋਥੀ ਸ਼ਫਾਨਾ ਲਿਖਾਰੀ ਦੇ ਕੋਲ ਲਿਆਂਦੀ ਅਤੇ ਸ਼ਫਾਨ ਲਿਖਾਰੀ ਨੇ ਰਾਜਾ ਯਹੋਸ਼ੀਯਾਹ ਦੇ ਕੋਲ ਆ ਕੇ ਆਖਿਆ, ਮੈਂ ਇਹ ਪੋਥੀ ਤੈਨੂੰ ਦੇਣੀ ਚਾਹੁੰਦਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਆਪ ਇਸ ਨੂੰ ਪੜ੍ਹੋ। ਇਸ ਤੋਂ ਬਾਅਦ ਦੂਸਰੀ ਰਾਜਿਆਂ ਦੀ ਪੁਸਤਕ 23 ਅਧਿਆਏ ਉਸ ਦੀ 3 ਐਤ ਦੇ ਵਚਨ ਇਸ ਤਰ੍ਹਾਂ ਆਖਦੇ ਹਨ, ਤਾਂ ਪਾਤਸ਼ਾਹ ਥੜੇ ਦੇ ਉੱਤੇ ਖਲੋ ਗਿਆ ਔਰ ਉਹਨੇ ਯਹੋਵਾ ਦੇ ਅੱਗੇ ਇੱਕ ਨੇਮ ਬੰਨਿਆ, ਭਾਈ ਅਸੀਂ ਯਹੋਵਾ ਦੇ ਪਿੱਛੇ ਤੁਰਾਂਗੇ ਤਾਂ ਉਸ ਦੇ ਹੁਕਮਾਂ ਤੇ ਸਾਖੀਆਂ ਤੇ ਵਿਧੀਆਂ ਨੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ ਨਾਲ ਮੰਨਾਂਗੇ। ਔਰ ਉਸ ਨੇ ਨੇਮ ਦੀਆਂ ਗੱਲਾਂ ਨੂੰ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰਾ ਕਰਾਂਗੇ। ਤਾਂ ਸਾਰੇ ਲੋਕਾਂ ਨੇ ਉਸ ਨੇਮ ਨੂੰ ਮੰਨ ਲਿਆ ਅਤੇ ਯਹੋਸ਼ੀਯਾਹ ਦੇ ਸਾਰੇ ਰਾਜ ਦੇ ਸਮੇਂ ਇੱਕ ਮਹਾਨ ਸੁਧਾਰ ਅਤੇ ਮਹਾਨ ਬੇਦਾਰੀ ਪਾਈ ਜਾਂਦੀ ਸੀ ਅਤੇ ਯਹੂਦਾ ਨੇ ਆਪਣੇ ਸਾਰੇ ਇਤਿਹਾਸ ਦੇ ਦੌਰਾਨ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਦੇਖਿਆ ਉਸ ਬੇਦਾਰੀ ਵਰਗਾ ਜਦੋਂ ਕਿ ਯਹੋਸ਼ੀਯਾਹ ਰਾਜਗੱਦੀ ਉੱਤੇ ਬੈਠਾ ਸੀ ਅਤੇ ਜ਼ਰਮੀਆ ਮੰਚ ਤੋਂ ਪ੍ਰਚਾਰ ਕਰ ਰਿਹਾ ਸੀ ਅਤੇ ਉਹਨੇ ਯਹੂਦਾ ਨੂੰ ਉਸ ਦੇ ਗੋਡਿਆਂ ਭਰਨੇ ਲਿਆਉਣ ਦੇ ਵਿੱਚ ਸਹਿਯੋਗ ਕੀਤਾ ਸੀ ਅਤੇ ਇਸ ਨੇ ਪਰਮੇਸ਼ਰ ਦੇ ਸਨਮੁਖ ਯਹੂਦਾ ਨੂੰ ਇੱਕ ਬਰਕਤ ਦੇ ਸਥਾਨ ਦੇ ਉੱਤੇ ਵਾਪਸ ਲਿਆਂਦਾ ਸੀ। ਇਸ ਦੇ ਬਾਰੇ ਰੋਚਕ ਗੱਲ ਇਹ ਹੈ ਕਿ ਜਦੋਂ ਇਹ ਸਭ ਕੁਝ ਵਾਪਰ ਰਿਹਾ ਸੀ ਤਦ ਉਹ ਜਵਾਨ ਦਾਨੀਏਲ ਰਾਜ ਦੇ ਵਿੱਚ ਇੱਧਰ ਉੱਧਰ ਰਾਜਕੁਮਾਰ ਦੇ ਵਜੋਂ ਇੱਕ ਦਰਬਾਰ ਦੇ ਵਿੱਚ ਇੱਧਰ ਉੱਧਰ ਜਾਂਦਾ ਹੁੰਦਾ ਸੀ। ਇਸ ਦਾ ਇੱਕ ਅੱਛਾ ਸਬੂਤ ਹੈ ਕਿ ਉਹ ਹੋ ਸਕਦਾ ਹੈ ਰਾਜਾ ਫਿਲਿਪੀਆ ਇੱਕ ਦਾ ਕੋਈ ਰਿਸ਼ਤੇਦਾਰ ਹੋਵੇ, ਇੱਕ ਸ਼ਾਹੀ ਪੁੱਤਰ ਹੋਵੇ ਅਤੇ ਹੋ ਸਕਦਾ ਹੈ ਉਹ ਉਸ ਬੇਦਾਰੀ ਦੀਆਂ ਅੰਦਰੂਨੀ ਕਾਰਜਾਂ ਇੱਕ ਮੁੱਖ ਹਿੱਸਾ ਰਿਹਾ ਹੋਵੇ। ਉਸ ਬੇਦਾਰੀ ਦੇ ਬਾਰੇ ਇੱਕ ਰੋਚਕ ਗੱਲ ਇਹ ਹੈ ਕਿ ਜੇਕਰ ਅਸੀਂ ਇਸ ਨੂੰ ਇਸ ਦੇ ਪ੍ਰਭਾਵ ਦੇ ਅਨੁਸਾਰ ਇਸ ਦਾ ਨਿਆਂ ਕਰਨਾ ਹੋਵੇ, ਇੱਥੋਂ ਤੱਕ ਕਿ ਰਾਜੇ ਦੇ ਘਰਾਣੇ ਉੱਤੇ ਵੀ,
ਤਦ ਇਹ ਤਾਂ ਇੱਕ ਅਸਫਲਤਾ ਹੀ ਹੋਵੇਗੀ। ਕਿਉਂ ਜੋ ਯੋਸ਼ੀਜਾ ਜਿਸ ਨੇ ਇਸ ਸੁਧਾਰ ਨੂੰ ਲਿਆਂਦਾ, ਉਸ ਦੇ 4 ਪੁੱਤਰ ਸਨ, ਯਹੂਯਾਹ, ਯਹੂਯਕੀਮ, ਸਦਕਿਯਾਹ ਅਤੇ ਇੱਕ ਉਸ ਦਾ ਪੋਤਾ ਜਿਸ ਦਾ ਨਾਮ ਯਹੂਯਕੀਮ ਸੀ, ਅਤੇ ਉਹ ਸਾਰੇ ਦੇ ਸਾਰੇ ਬੁਰੇ ਅਤੇ ਭ੍ਰਸ਼ਟ ਮਨੁੱਖ ਸਨ। ਜੇਕਰ ਆਪ ਯੋਸ਼ੀਯਾਹ ਉੱਤੇ ਗੌਰ ਕਰੋ ਤਦ ਆਪ ਉਸ ਨੂੰ ਆਖ ਸਕਦੇ ਸੀ, ਯੋਸ਼ੀਯਾਹ ਉਹ ਬੇਦਾਰੀ ਤਾਂ ਇੱਕ ਅਸਫਲਤਾ ਹੀ ਸੀ। ਇਸ ਨੇ ਤਾਂ ਤੇਰੇ ਖੁਦ ਦੇ ਬੱਚਿਆਂ ਉੱਤੇ ਪ੍ਰਭਾਵ ਕਿਉਂ ਨਹੀਂ ਸੀ ਪਾਇਆ। ਆਪ ਨੂੰ ਪਿੱਛੇ ਹਟ ਕੇ ਬਾਅਦ ਵਿੱਚ ਇਹ ਆਖਣਾ ਪੈਣਾ ਹੈ ਕਿ ਇਹ ਕੋਈ ਅਸਫਲਤਾ ਨਹੀਂ ਸੀ, ਕਿਉਂਕਿ ਇੱਕ ਜਵਾਨ ਮਨੁੱਖ ਸੀ ਜੋ ਇਸ ਬੇਦਾਰੀ ਦੇ ਦੁਆਰਾ ਛੂਹਿਆ ਗਿਆ ਸੀ, ਜਿਸ ਦਾ ਨਾਮ ਦਾਨੀਅਲ ਸੀ। ਉਹ ਉਸ ਦੇ ਵਿੱਚ ਕਿੰਨਾ ਸ਼ਾਮਲ ਸੀ, ਜੋ ਕਿ ਯੋਸ਼ੀਯਾਹ ਅਤੇ ਜ਼ਰਮੀਆ ਦੀ ਅਗਵਾਈ ਦੇ ਅਧੀਨ ਹੋ ਰਿਹਾ ਸੀ, ਕਿ ਜਦੋਂ ਉਹ ਬਾਬਲ ਵਿਖੇ ਰਾਜ ਮਹਿਲ ਦੇ ਵਿੱਚ ਆਇਆ ਅਤੇ ਜਦੋਂ ਉਸ ਦੀ ਪਰਖ ਇੱਕ ਨਾ ਸਮਝੌਤਾ ਕਰਨ ਵਾਲੇ ਦੇ ਤਰੀਕੇ ਦੇ ਵਿਚਕਾਰ ਉਸ ਦੇ ਆਪਣੇ ਪੱਖ ਲੈਣ ਦੇ ਬਾਰੇ ਕੀਤੀ ਗਈ ਸੀ, ਤਦ ਅਸੀਂ 8 ਐਤ ਵਿੱਚ ਪੜ੍ਹਦੇ ਹਾਂ, ਪਰ ਦਾਨੀਅਲ ਨੇ ਆਪਣੇ ਦਿਲ ਵਿੱਚ ਮਨਸ਼ਾ ਬੰਨੀ ਭਾਈ ਆਪਣੇ ਤਾਈਂ ਰਾਜੇ ਦੇ ਸਵਾਦਲੇ ਭੋਜਨ ਨਾਲ ਅਤੇ ਉਸ ਦੀ ਪੀਣ ਵਾਲੀ ਸ਼ਰਾਬ ਨਾਲ ਨਪਾਕ ਨਾ ਕਰੇ। ਪਰਮੇਸ਼ਵਰ ਉਸ ਨੂੰ ਉਸ ਸਾਰੇ ਸਮੇਂ ਦੇ ਦੌਰਾਨ ਉਸ ਪਲ ਦੇ ਲਈ ਤਿਆਰ ਕਰਦਾ ਰਿਹਾ ਸੀ ਜਦੋਂ ਉਹ ਆਪਣੇ ਆਪ ਵਿੱਚ ਇਕੱਲਾ ਖੜਾ ਹੋਵੇਗਾ। ਇਸ ਅਧਿਆਇ ਦੀਆਂ ਪਹਿਲੀਆਂ ਕੁਝ ਐਤਾਂ ਵਿੱਚ ਅਸੀਂ ਗੌਰ ਕੀਤਾ ਸੀ ਕਿ ਕਿਸ ਤਰ੍ਹਾਂ ਉਹ ਬਾਬਲ ਦੀ ਪਾਤਸ਼ਾਹੀ ਵਿੱਚ ਪਹੁੰਚ ਕੇ ਅਤੇ ਉਸ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਯੋਗਤਾਵਾਂ ਅਤੇ ਨਿਮਰਤਾਵਾਂ ਦੇ ਕਰਕੇ ਚੁਣੇ ਜਾਣ ਤੋਂ ਬਾਅਦ ਉਸ ਨੂੰ ਬਾਬਲ ਦੀ ਸਕੂਲੀ ਪੜ੍ਹਾਈ ਦੇ ਰਾਹੀਂ ਗੁਜ਼ਾਰਿਆ ਗਿਆ ਹੈ ਅਤੇ ਉਸ ਨੂੰ ਸਾਰੀ ਸਿੱਖਿਆ ਤੇ ਕਸਦੀਆਂ ਦੀ ਦੇਸ਼ ਦੀ ਬੋਲੀ ਉਸ ਨੂੰ ਪੜ੍ਹਾਈ ਗਈ ਹੈ। ਅੰਤ ਵਿੱਚ ਉਸ ਨੂੰ ਇੱਕ ਇਹੋ ਜਿਹੇ ਸਥਾਨ ਉੱਤੇ ਲਿਆਂਦਾ ਗਿਆ ਜਦੋਂ ਉਸ ਦੇ ਲਈ ਜ਼ਰੂਰੀ ਹੈ ਕਿ ਜੋ ਠੀਕ ਹੈ ਉਸ ਦੇ ਲਈ ਉਹ ਆਪਣਾ ਪੱਖ ਇਖਤਿਆਰ ਕਰੇ। ਕਿਉਂ ਜੋ ਰਾਜਾ ਉਸ ਤੋਂ ਖੁਆਇਸ਼ ਰੱਖਦਾ ਸੀ ਕਿ ਉਹ ਉਸ ਭੋਜਨ ਨੂੰ ਖਾਵੇ ਜੋ ਕਿ ਬੁੱਤ ਦੇ ਅੱਗੇ ਭੇਟ ਕੀਤਾ ਜਾਂਦਾ ਸੀ ਅਤੇ ਜੋ ਕਿ ਅਸ਼ੁੱਧ ਸੀ, ਅਤੇ ਉਹ ਉਸ ਸ਼ਰਾਬ ਵਿੱਚੋਂ ਪੀਵੇ ਜਿਸ ਨੂੰ ਬਾਬਲ ਦੇ ਦੁਸ਼ਟ ਦੇਵੀ ਦੇਵਤਿਆਂ ਦੇ ਅੱਗੇ ਭੇਟ ਵਜੋਂ ਡੋਲਿਆ ਜਾਂਦਾ ਸੀ। ਅਤੇ ਦਾਨੀਏਲ ਨੇ ਆਖਿਆ, ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ। ਮੇਰੀ ਬਾਈਬਲ ਆਖਦੀ ਹੈ ਇਹ ਤਾਂ ਗਲਤ ਹੈ। ਮੈਂ ਇੱਥੇ ਠੀਕ ਉਸ ਲਕੀਰ ਨੂੰ ਖਿੱਚਾਂਗਾ। ਮੈਂ ਉਹ ਨਹੀਂ ਕਰਾਂਗਾ ਜਿਸ ਦੀ ਪਰਮੇਸ਼ਰ ਮੈਨੂੰ ਕਰਨ ਤੋਂ ਮਨਾਹੀ ਕਰਦਾ ਹੈ। ਨੰਬਰ 1, ਇੱਕ ਨਾ ਸਮਝੌਤਾ ਕਰਨ ਵਾਲੀ ਜ਼ਿੰਦਗੀ ਦਾ ਫੈਸਲਾ। ਅਸੀਂ ਇਸ ਕਹਾਣੀ ਦਾ ਆਰੰਭ ਉੱਥੋਂ ਕਰਦੇ ਹਾਂ ਜਿਸ ਨੂੰ ਮੈਂ ਇੱਕ ਨਾ ਸਮਝੌਤਾ ਕਰਨ ਵਾਲੀ ਜ਼ਿੰਦਗੀ ਦੇ ਫੈਸਲੇ ਵਜੋਂ ਆਖਾਂਗਾ। ਦਾਨੀਏਲ ਨੇ ਸਮਝੌਤਾ ਕਰਨ ਤੋਂ ਇਨਕਾਰ ਕੀਤਾ ਸੀ। ਸਭ ਤੋਂ ਪਹਿਲਾਂ ਗੌਰ ਕਰੋ 8 ਐਤ ਵਿੱਚ ਉਸ ਦਾ ਉਦੇਸ਼ ਜੋ ਉਸ ਦੇ ਜੀਵਨ ਵਿੱਚ ਸਮਝੌਤਾ ਨਾ ਕਰਨ ਨਾਲ ਸੰਬੰਧਿਤ ਸੀ। ਅਸੀਂ ਪਿਛਲੇ ਹਫ਼ਤੇ ਸਿੱਖਿਆ ਸੀ ਕਿ ਉਸ ਦੀ ਸਫਲਤਾ ਦਾ ਕਾਰਨ ਜੋ ਇਸ ਸਾਰੇ ਮਸਲੇ ਵਿੱਚ ਸੀ ਉਹ ਇਹ ਸੀ ਕਿ ਉਹ ਉਸ ਨੂੰ ਜਾਣਦਾ ਸੀ ਜੋ ਪਰਮੇਸ਼ਰ ਨੇ ਆਖਿਆ ਸੀ ਅਤੇ ਉਸ ਨੇ ਇਸ ਨੂੰ ਕਰਨ ਦੀ ਮਨਸ਼ਾ ਕੀਤੀ ਸੀ। ਉਹ ਪਰਮੇਸ਼ਰ ਦੀ ਬਾਣੀ ਦੀ ਉਲੰਘਣਾ ਨਹੀਂ ਸੀ ਕਰਨ ਲੱਗਾ। ਮੈਨੂੰ ਬਾਈਬਲ ਬਾਣੀ ਵਿੱਚੋਂ ਇਸ ਦੀ ਯਾਦ ਦਿਲਾਈ ਗਈ ਹੈ ਜੋ ਸਾਨੂੰ ਇਹ ਆਖਦੀ ਹੈ, ਘਾਹ ਕੁਮਲਾ ਜਾਂਦਾ ਅਤੇ ਫੁੱਲ ਮੁਰਝਾ ਜਾਂਦੇ, ਪਰ ਪਰਮੇਸ਼ਰ ਦਾ ਇਹ ਵਚਨ ਹਮੇਸ਼ਾ ਕਾਇਮ ਰਹਿੰਦਾ ਹੈ। ਯਸ਼ਾਇਆ ਨਬੀ 40 ਅਧਿਆਇ ਉਸ ਦੀ 8 ਐਤ, ਮੱਤੀ ਦੀ ਅੰਜੀਲ 25 ਅਧਿਆਇ ਉਸ ਦੀ 35 ਐਤ ਦੇ ਵਚਨ ਆਖਦੇ ਹਨ, ਆਕਾਸ਼ ਅਤੇ ਧਰਤੀ ਜਾਂਦੇ ਰਹਿਣਗੇ ਪਰ ਮੇਰਾ ਵਚਨ ਜਾਂਦਾ ਨਹੀਂ ਰਹੇਗਾ। ਇਹ ਹਮੇਸ਼ਾ ਹੀ ਮਨੁੱਖੋ ਅਤੇ ਔਰਤੋਂ ਇੱਕ ਅੱਛਾ ਕੰਮ ਹੁੰਦਾ ਹੈ। ਕੀ ਅਸੀਂ ਇੱਥੇ ਹੀ ਲਕੀਰ ਖਿੱਚੀਏ ਜਿੱਥੇ ਪਰਮੇਸ਼ਰ ਦੀ ਬਾਣੀ ਲਕੀਰ ਖਿੱਚਦੀ ਹੈ? ਇਹ ਆਪ ਦੇ ਜੀਵਨ ਦੇ ਸਮੁੱਚੇ ਕਾਲ ਦੇ ਲਈ ਇੱਕ ਸ਼ਰਤਾਂ ਨੂੰ ਉਪਲਬਧ ਕਰਵਾਵੇਗਾ। ਇਹ ਇੱਕ ਚੀਜ਼ ਹੈ ਜਿਸ ਉੱਤੇ ਆਪ ਨਿਰਭਰ ਹੋ, ਜੋ ਕਦੇ ਵੀ ਬਦਲੇਗੀ ਨਹੀਂ। ਇਹ ਆਕਾਸ਼ ਵਿੱਚ, ਸਵਰਗ ਵਿੱਚ ਹਮੇਸ਼ਾ ਵਾਸਤੇ ਕਾਇਮ ਰਹਿੰਦੀ ਹੈ। ਜੇਕਰ ਦਾਨੀਏਲ ਨਾ ਕਰਦਾ ਜਦੋਂ ਉਸ ਦੇ ਅੱਗੇ ਪਰਤਾਵਾ ਆਇਆ ਸੀ, ਉਸ ਦਾ ਇਤਿਹਾਸ ਇਸ ਤਰ੍ਹਾਂ ਦਾ ਪ੍ਰਸਿੱਧ ਲੋਕਾਂ ਦੇ ਵਿਚਕਾਰ ਨਾਮ ਨਾ ਲਿਖਿਆ ਜਾਂਦਾ, ਬਲਕਿ ਇਹ ਤਾਂ ਅਸਫਲਤਾ ਦੀ ਸੂਚੀ ਦੇ ਵਿੱਚ ਹੀ ਲਿਖਿਆ ਜਾਣਾ ਸੀ। ਇਸ ਪੁਸਤਕ ਦੇ ਵਿੱਚੋਂ ਹੋਰ ਸਭ ਜੋ ਇਸ ਵਿੱਚ ਵਰਪਦਾ ਹੈ, ਸਭ ਕੁਝ ਜਿਸ ਦਾ ਅਧਿਐਨ ਅਸੀਂ ਅਗਲੇ ਇਹਨਾਂ ਹਫ਼ਤਿਆਂ ਦੇ ਵਿੱਚ ਕਰਾਂਗੇ, ਉਹ ਸਭ ਇਸ ਐਤ ਦੇ ਨਾਲ ਜੁੜਿਆ ਹੋਇਆ ਹੈ ਜੋ ਸਾਨੂੰ ਇਹ ਦੱਸਦੀ ਹੈ ਕਿ ਦਾਨੀਏਲ ਨੇ ਉਹ ਕਰਨ ਦੀ ਮਨਸ਼ਾ ਆਪਣੇ ਦਿਲ ਵਿੱਚ ਬੰਨੀ ਸੀ ਜੋ ਕਿ ਉਚਿਤ ਹੈ। ਮੈਂ ਕਾਫਾ ਲਗਾਉਂਦਾ ਹਾਂ ਕਿ ਜੇਕਰ ਸਾਨੂੰ ਸਾਡੇ ਸਾਰਿਆਂ ਦੀ ਕਹਾਣੀ ਲਿਖਣੀ ਪਵੇ, ਇੱਕ ਸਮੇਂ ਤੇ ਸਥਾਨ ਹੈ ਜਦੋਂ ਅਸੀਂ ਇਹੋ ਜਿਹੇ ਫੈਸਲੇ ਕਰਦੇ ਹਾਂ ਜੋ ਸਾਡੇ ਸਾਰੇ ਜੀਵਨਾਂ ਵਿੱਚ ਪ੍ਰਭਾਵ ਪਾਉਂਦੇ ਹਨ। ਮੈਨੂੰ ਕੁਝ ਦਿਨ ਪਹਿਲਾਂ ਕੁਝ ਪੜ੍ਹਨ ਦੇ ਬਾਰੇ ਯਾਦ ਹੈ, ਜੋ ਇੱਕ ਸਲਾਹ ਹੈ ਜੋ ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਦਿੱਤੀ ਸੀ ਜੋ ਇਸ ਜਗਤ ਦੇ ਵਿੱਚ ਬਾਹਰ ਜਾਣ ਵਾਲਾ ਸੀ, ਅਤੇ ਕਿਸੇ ਨੇ ਉਸ ਸਲਾਹ ਨੂੰ ਲਿਆ ਅਤੇ ਇਸ ਨੂੰ ਇੱਕ ਕਵੀ ਰਚਨਾ ਦੇ ਵਿੱਚ ਕਲਮਬੰਦ ਕੀਤਾ ਅਤੇ ਇਹ ਇਸ ਤਰ੍ਹਾਂ ਹੈ,
ਹੇ ਮੇਰੇ ਪੁੱਤਰ, ਤੂੰ ਆਪਣੇ ਜੀਵਨ ਦੀ ਯਾਤਰਾ ਆਰੰਭ ਕਰ ਰਿਹਾ ਹਾਂ। ਇਹ ਯਾਤਰਾ ਜੀਵਨ ਦੇ ਮਹਾਨ ਉੱਚਾ ਮਾਰਗ ਉੱਤੇ ਹੈ। ਤੂੰ ਹਜ਼ਾਰਾਂ ਪ੍ਰਤਿਆਵਾਂ ਦਾ ਸਾਹਮਣਾ ਕਰੇਗਾ। ਹਰੇਕ ਆਉਣ ਵਾਲਾ ਸ਼ਹਿਰ ਬੁਰਾਈ ਦੇ ਨਾਲ ਭਰਪੂਰ ਹੈ। ਇਹ ਜਗਤ ਇੱਕ ਮੰਚ ਹੈ, ਜਿੱਥੇ ਵੀ ਤੂੰ ਜਾਂਦਾ ਹੈ ਉੱਥੇ ਖਤਰਾ ਮੌਜੂਦ ਹੈ। ਜੇਕਰ ਤੈਨੂੰ ਕਮਜ਼ੋਰੀ ਲਈ ਭਰਮਾਇਆ ਜਾਂਦਾ ਹੈ, ਹੌਸਲਾ ਰੱਖ ਮੇਰੇ ਪੁੱਤਰ, ਇਸ ਨੂੰ ਨਾ ਕਰ ਦੇ। ਮੇਰੇ ਪੁੱਤਰ, ਹੌਸਲਾ ਰੱਖਦਿਆਂ ਹੀ ਤੇਰੀ ਸੁਰੱਖਿਆ ਬਣੀ ਰਹੇਗੀ। ਜਦੋਂ ਤੂੰ ਇਸ ਲੰਬੀ ਯਾਤਰਾ ਦਾ ਆਰੰਭ ਕਰਦਾ ਹੈ, ਤੇਰਾ ਭਰੋਸਾ ਇੱਕ ਸਵਰਗੀ ਪਿਤਾ ਵਿੱਚ ਹੈ। ਉਹ ਤੈਨੂੰ ਪਾਪ ਦੇ ਦਾਗ ਤੋਂ ਬਚਾਈ ਰੱਖੇ। ਬਹੁਤ ਸਾਰੇ ਪ੍ਰਤਾਵੇ ਆਉਣਗੇ, ਜਿਵੇਂ ਇੱਕ ਛੋਟੀ ਨਦੀ ਤੋਂ ਵੱਡੀਆਂ ਨਦੀਆਂ ਬਣਦੀਆਂ ਹਨ। ਜੇਕਰ ਤੂੰ ਆਪਣੀ ਇਨਸਾਨੀਅਤ ਦੇ ਪ੍ਰਤੀ ਸੱਚਾ ਬਣਿਆ ਰਹੇਗਾ, ਮੇਰੇ ਪੁੱਤਰ, ਹੌਸਲਾ ਰੱਖ, ਉਹਨਾਂ ਨੂੰ ਨਾ ਕਰ ਦੇ। ਆਪਣੇ ਸਾਥੀ ਚੁਣਨ ਵਿੱਚ ਸਾਵਧਾਨ ਰਹਿ। ਸਿਰਫ ਦਲੇਰਾਂ ਅਤੇ ਸਚਾਈਆਂ ਦੀ ਖੋਜ ਕਰ। ਇੱਥੋਂ ਤੱਕ ਕਿ ਜਦੋਂ ਤੇਰੇ ਉੱਤੇ ਪ੍ਰਤਿਆਵੇ ਆਵੇ, ਆਪਣੇ ਦੋਸਤਾਂ ਦੇ ਨਾਲ ਖੜਾ ਰਹੀਂ। ਕਦੇ ਵੀ ਪੁਰਾਣਿਆਂ ਦੇ ਬਦਲੇ ਨਵਿਆਂ ਨੂੰ ਨਾ ਬਦਲੀ। ਅਤੇ ਜਦੋਂ ਝੂਠੇ ਦੋਸਤਾਂ ਦੇ ਦੁਆਰਾ ਤੈਨੂੰ ਪ੍ਰਤਿਆਇਆ ਜਾਵੇ ਤਾਂ ਕਿ ਤੂੰ ਸ਼ਰਾਬ ਦੇ ਪਿਆਲੇ ਨੂੰ ਜਾਣੇ, ਤਦ ਪੂਰੀ ਨਿਸ਼ਚਿੰਤਾ ਦੇ ਨਾਲ, ਧੀਰਜ ਅਤੇ ਨਮਰਤਾ ਦੇ ਨਾਲ ਹੌਸਲਾ ਰੱਖ। ਮੇਰੇ ਪੁੱਤਰ, ਉਹਨਾਂ ਨੂੰ ਨਾ ਕਰ ਦੇ। ਹੇ ਮੇਰੇ ਪੁੱਤਰ, ਤੂੰ ਉਹਨਾਂ ਨੂੰ ਨਾ ਕਰ ਦੇ। ਕੋਈ ਵੀ ਇਹੋ ਜਿਹਾ ਮਾਪਾ ਨਹੀਂ ਜੋ ਆਪਣੇ ਖੁਦ ਦੇ ਦਿਲ ਵਿੱਚ, ਜੇਕਰ ਉਸਨੇ ਇਸ ਤਰ੍ਹਾਂ ਪਹਿਲਾਂ ਹੀ ਇਸ ਤਰ੍ਹਾਂ ਨਹੀਂ ਕੀਤਾ ਹੈ, ਉਹ ਇਹ ਨਹੀਂ ਚਾਹੇਗਾ ਕਿ ਉਸ ਦਾ ਪੁੱਤਰ ਠੀਕ ਉਸ ਦੇ ਸਾਹਮਣੇ ਬਿਠਾਵੇ ਅਤੇ ਉਸ ਨੂੰ ਉਹ ਠੀਕ ਉਹੀ ਸ਼ਬਦ ਆਖੇ। ਪੁੱਤਰ, ਤੈਨੂੰ ਇੱਕ ਇਹੋ ਜਿਹੀ ਸਥਿਤੀ ਵਿੱਚ ਸੁੱਟਿਆ ਜਾਣ ਵਾਲਾ ਹੈ, ਜਿੱਥੇ ਕਿ ਆਪ ਨੂੰ ਉਸ ਦੇ ਲਈ ਖੜੇ ਹੋਣਾ ਪੈਣਾ ਹੈ, ਜੋ ਕਿ ਉਚਿਤ ਹੈ, ਅਤੇ ਨਾ ਕਰਨ ਦੇ ਲਈ ਤੈਨੂੰ ਹੌਸਲਾ ਰੱਖਣਾ ਪੈਣਾ ਹੈ। ਪਰ ਬਿਹਤਰ ਹੈ ਕਿ ਤੂੰ ਨਾ ਕਰਨੀ ਸਿੱਖ ਲਵੇਂ, ਜੇਕਰ ਤੂੰ ਇਹ ਖੁਆਇਸ਼ ਰੱਖਦਾ ਹੈ ਕਿ ਪਰਮੇਸ਼ਰ ਤੇਰੇ ਜੀਵਨ ਨੂੰ ਬਰਕਤ ਦੇਵੇ। ਉਸ ਦੇ ਜੀਵਨ ਦਾ ਫੈਸਲਾ, ਦਾਨੀਏਲ ਦਾ ਫੈਸਲਾ ਸਾਡੇ ਸਾਰਿਆਂ ਦੇ ਲਈ ਇੱਕ ਹੌਸਲਾ ਬੁਝਾਈ ਹੈ। ਕਿ ਇਹ ਇਸ ਤਰ੍ਹਾਂ ਨਹੀਂ ਹੈ? ਸਾਡੇ ਲਈ ਇੱਕ ਯਾਦ ਕਰਾਇਆ ਜਾਣਾ ਕਿ ਅਸੀਂ ਭਾਵੇਂ ਕਿਸੇ ਰਾਜਨੀਤਿਕ ਖੇਤਰ ਵਿੱਚ ਜਾਂ ਕਲੀਸਿਆ ਵਿੱਚ ਜਾਂ ਕੁਝ ਵੀ ਸਾਡਾ ਕਾਰੋਬਾਰ ਹੋਵੇ, ਇਹ ਸਾਡੇ ਲਈ ਇੱਕ ਹੌਸਲਾ ਬੁਝਾਈ ਹੋਵੇ। ਕਿਸੇ ਨੂੰ ਅਸੂਲਾਂ ਨੂੰ ਬਦਲਣ ਦੀ ਲੋੜ ਨਾ ਪਵੇ, ਤਾਂ ਕਿ ਪਰਮੇਸ਼ਰ ਸਾਨੂੰ ਮੁਬਾਰਕ ਠਹਿਰਾਵੇ। ਜੋ ਸਫਲਤਾ ਹੈ ਉਹ ਸਾਡਾ ਸਮਝੌਤਾ ਤਾਂ ਕਰਨ ਉੱਤੇ ਨਿਰਭਰ ਨਹੀਂ, ਜੋ ਕੁਝ ਵੀ ਕਰਨ ਦੇ ਲਈ ਅਸੀਂ ਸਮਰਪਿਤ ਹਾਂ। ਬਾਈਬਲ ਵਿੱਚ ਸਮਝੌਤੇ ਦੀ ਕਹਾਣੀ ਕੋਈ ਖੁਸ਼ੀ ਵਾਲੀ ਕਹਾਣੀ ਨਹੀਂ ਹੈ। ਇਹ ਤਾਂ ਇੱਕ ਉਦਾਸ ਅਤੇ ਨਿਰਾਸ਼ ਕਰਨ ਵਾਲੀ ਕਹਾਣੀ ਹੈ। ਜਿੱਥੇ ਵੀ ਆਪ ਸਮਝੌਤੇ ਨੂੰ ਤੱਕਦੇ ਹੋ, ਆਪ ਨੁਕਸਾਨ ਨੂੰ ਹੀ ਤੱਕਦੇ ਹੋ, ਨਾ ਕਿ ਲਾਭ ਨੂੰ। ਆਦਮ ਨੇ ਪਰਮੇਸ਼ਰ ਦੀ ਬਵਿਸਥਾ ਨਾਲ ਸਮਝੌਤਾ ਕੀਤਾ। ਉਹ ਆਪਣੀ ਪਤਨੀ ਦੇ ਪਾਪ ਦੇ ਪਿੱਛੇ ਉਹ ਲੱਗਿਆ ਅਤੇ ਉਸ ਨੇ ਸਵਰਗ ਨੂੰ ਖੋ ਦਿੱਤਾ। ਅਬਰਾਹਾਮ ਨੇ ਸਚਾਈ ਦੇ ਨਾਲ ਸਮਝੌਤਾ ਕੀਤਾ। ਸਾਰਾ ਦੇ ਬਾਰੇ ਝੂਠ ਬੋਲਿਆ ਅਤੇ ਉਸ ਨੇ ਕਰੀਬ-ਕਰੀਬ ਆਪਣੀ ਪਤਨੀ ਨੂੰ ਖੋ ਲਿਆ ਸੀ। ਸਾਰਾ ਨੇ ਪਰਮੇਸ਼ਰ ਦੇ ਵਚਨ ਦੇ ਨਾਲ ਸਮਝੌਤਾ ਕੀਤਾ। ਅਬਰਾਹਾਮ ਨੂੰ ਹਾਜ਼ਰਾ ਦੇ ਕੋਲ ਭੇਜਿਆ ਅਤੇ ਉਸ ਨੇ ਇਸਮਾਈਲ ਨੂੰ ਜਨਮ ਦਿੱਤਾ ਅਤੇ ਅਸਲੀ ਮੱਧ ਪੂਰਬ ਵਿੱਚ ਸ਼ਾਂਤੀ ਨੂੰ ਖੋ ਬੈਠੀ। ਈਸਾਊ ਨੇ ਯਾਕੂਬ ਦੇ ਨਾਲ ਇੱਕ ਡੰਗ ਦੇ ਭੋਜਨ ਲਈ ਸਮਝੌਤਾ ਕੀਤਾ ਅਤੇ ਉਸ ਨੇ ਆਪਣੇ ਜੇਠੇ ਹੋਣ ਦਾ ਹੱਕ ਖੋ ਲਿਆ। ਹਰੂਨ ਨੇ ਬੁੱਤ ਪ੍ਰਸਤੀ ਦੇ ਨਾਲ ਆਪਣਾ ਸਮਝੌਤਾ ਕੀਤਾ ਅਤੇ ਉਸ ਨੇ ਅਤੇ ਲੋਕਾਂ ਨੇ ਵਾਅਦੇ ਕੀਤੇ ਦੇਸ਼ ਨੂੰ, ਸੁਭਾਗ ਨੂੰ ਖੋ ਲਿਆ। ਸਮਸੂਨ ਨੇ ਦਲੀਲਾ ਦੇ ਨਾਲ ਨਜ਼ੀਰ ਹੋਣ ਦੀ ਧਰਮੀ ਸ਼ਰਧਾ ਦੇ ਨਾਲ ਸਮਝੌਤਾ ਕੀਤਾ ਸੀ ਅਤੇ ਉਸ ਨੇ ਆਪਣਾ ਬਲ, ਆਪਣੀਆਂ ਆਸ਼ਾਂ ਅਤੇ ਆਪਣੀ ਜ਼ਿੰਦਗੀ ਨੂੰ ਗੁਆ ਲਿਆ। ਦਾਊਦ ਨੇ ਪਰਮੇਸ਼ਰ ਨੇ ਨੈਤਿਕ ਅਤੇ ਈਸ਼ਵਰੀ ਮਿਆਰ ਦੇ ਨਾਲ ਸਮਝੌਤਾ ਕੀਤਾ, ਬੇਅਰਸਬਾ ਦੇ ਨਾਲ ਭਿਬਚਾਰ ਕੀਤਾ ਅਤੇ ਓਰੀਆ ਦਾ ਕਤਲ ਕੀਤਾ। ਪਿਆਰੇ ਦਰਸ਼ਕੋ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਸਾਡੇ ਨਾਲ ਬਣੇ ਰਹੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਬਾਬੁਲ ਆਪਣੇ ਸਮੇਂ ਦੇ ਵਿੱਚ ਸਿੱਖਿਆ ਦਾ ਮਹਾਨ ਕੇਂਦਰ ਸੀ। ਮੱਤੀ ਦੀ ਇੰਜੀਲ ਦੇ 2 ਅਧਿਆਇ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਜੋ ਜੋਤਸ਼ੀ ਪ੍ਰਭੂ ਯਿਸੂ ਮਸੀਹ ਜੀ ਨੂੰ ਮੱਥਾ ਟੇਕਣ ਆਏ ਸੀ, ਉਹ ਤਾਂ ਕਸਦੀ ਲੋਕ ਸਨ। ਇਸ ਤੋਂ ਪਤਾ ਚੱਲਦਾ ਹੈ ਕਿ ਬਾਬੁਲ ਆਪਣੇ ਸਮੇਂ ਵਿੱਚ ਇੱਕ ਪ੍ਰਸਿੱਧ ਸਿੱਖਿਆ ਦਾ ਕੇਂਦਰ ਸੀ। ਅਸੀਂ ਜਾਣਿਆ ਕਿ ਜੇਕਰ ਵਿਅਕਤੀ ਮਾਨਸਿਕ ਰੂਪ ਤੇ ਆਪਣੇ ਘਰ ਵਿੱਚ ਪ੍ਰਾਪਤ ਕੀਤੀ ਹੋਈ ਸਿੱਖਿਆ ਦੇ ਉੱਤੇ ਸਥਿਰ ਹੋਵੇ, ਤਾਂ ਦਾਨੀਏਲ ਵਾਂਗ ਕਿਸੇ ਦੂਜੇ ਸੱਭਿਆਚਾਰ ਅਤੇ ਭਾਸ਼ਾ ਦੀ ਸਿੱਖਿਆ ਪ੍ਰਾਪਤ ਕਰਨਾ ਕੋਈ ਗਲਤ ਗੱਲ ਨਹੀਂ ਹੈ। ਉਹਨੂੰ ਅੱਛੀ ਜਾਣਕਾਰੀ ਨੂੰ ਪ੍ਰਾਪਤ ਕਰਕੇ ਗੈਰ ਜ਼ਰੂਰੀ ਚੀਜ਼ਾਂ ਨੂੰ ਅਲੱਗ ਕਰਨਾ ਆਉਣਾ ਚਾਹੀਦਾ ਹੈ। ਅਸੀਂ ਜਾਣਿਆ ਕਿ ਨਬੂਕਦਨੇਸਰ ਦਾ ਉਦੇਸ਼ ਉਹਨਾਂ ਨੂੰ ਸਿਰਫ ਬਾਬੁਲ ਦੀ ਚੰਗੀ ਸਿੱਖਿਆ ਦੇਣਾ ਹੀ ਨਹੀਂ ਸੀ, ਪਰ ਇਹ ਉਹਨਾਂ ਨੂੰ ਭਰਮਾਉਣ ਦੀ ਇੱਕ ਵਿਧੀ ਯੋਜਨਾ ਸੀ। ਉਸ ਦਾ ਇਰਾਦਾ ਸੀ ਕਿ ਉਹ ਪੂਰੀ ਤਰ੍ਹਾਂ
ਬਾਬੁਲ ਦੀ ਸੰਸਕ੍ਰਿਤੀ ਦੇ ਵਿੱਚ ਰਸ ਬਸ ਜਾਣ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਪੂਰੀ ਤਰ੍ਹਾਂ ਨਾਲ ਭੁੱਲ ਕੇ ਸਿਰਫ ਬਾਬੁਲ ਦੇ ਮਨੁੱਖ ਵਾਂਗ ਸੋਚਣ। ਅਸੀਂ ਜਾਣਿਆ ਕਿ ਰਾਜਾ ਨਬੁਕਦਨੇਸਰ ਚਾਹੁੰਦਾ ਸੀ ਕਿ ਉਹ ਆਪਣੇ ਮਹਿਲ ਦੇ ਵਿੱਚ ਚੰਗੇ ਅਹੁਦੇ ਤੇ ਉੱਤੇ ਉਹਨਾਂ ਨੂੰ ਵਿਰਾਜਮਾਨ ਕਰੇ। ਬਾਬੁਲ ਦੇ ਲਈ ਆਪਣੀ ਜ਼ਿੰਮੇਵਾਰੀਆਂ ਨੂੰ ਉਹ ਨਿਭਾਉਣ। ਉਹ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪਣਾ ਚਾਹੁੰਦਾ ਸੀ। ਇਸ ਤੋਂ ਬਾਅਦ ਅਸੀਂ ਮਹਾਨ ਫੈਸਲੇ ਦੇ ਬਾਰੇ ਜਾਣਿਆ, ਜਿਸ ਦੇ ਲਈ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ ਪਹਿਲੇ ਅਧਿਆਇ ਦੀ 8 ਆਇਤ ਦੇ ਉੱਤੇ ਗੌਰ ਕੀਤਾ। ਅਸੀਂ ਵੇਖਿਆ ਕਿ ਦਾਨੀਏਲ ਨੇ ਆਪਣੀ 14 ਸਾਲ ਦੀ ਉਮਰ ਦੇ ਵਿੱਚ ਇੱਕ ਫੈਸਲਾ ਲਿਆ ਸੀ ਕਿ ਉਹ ਰਾਜੇ ਦੇ ਭੋਜਨ ਨੂੰ ਨਹੀਂ ਕਰੇਗਾ, ਕਿਉਂਕਿ ਉਹ ਭੋਜਨ ਯਹੂਦੀ ਵਿਵਸਥਾ ਦੀ ਮੰਗਾਂ ਨੂੰ ਪੂਰਾ ਨਹੀਂ ਕਰਨ ਵਾਲਾ ਸੀ। ਅਸੀਂ ਅਸਫਲਤਾ ਦੇ ਮੂਲ ਆਧਾਰ ਨੂੰ ਵੇਖਿਆ। ਅਸੀਂ ਉਹਨਾਂ ਗੱਲਾਂ ਨੂੰ ਵੇਖਿਆ ਜਿਨ੍ਹਾਂ ਕਰਕੇ ਦਾਨੀਏਲ ਅਸਫਲ ਹੋ ਸਕਦਾ ਸੀ, ਜਿਵੇਂ ਕਿ ਉਹ ਜਵਾਨ ਸੀ, ਉਹ ਸਿਰਫ 14 ਸਾਲ ਦਾ ਸੀ। ਜਦ ਉਸ ਨੇ ਰਾਜੇ ਦੇ ਸ਼ਾਹੀ ਭੋਜਨ ਨੂੰ ਖਾਣ ਤੋਂ ਇਨਕਾਰ ਕਰ ਦਿੱਤਾ ਸੀ, ਅਸੀਂ ਜਾਣਿਆ ਕਿ ਉਹ ਘੱਟ ਗਿਣਤੀ ਦੇ ਵਿੱਚ ਸੀ, ਉਹ ਘਰ ਤੋਂ ਦੂਰ ਸੀ। ਉਸਨੇ ਜੇਕਰ ਅਣਆਗਿਆਕਾਰੀਤਾ ਕੀਤੀ ਤਾਂ ਉਸਨੂੰ ਮਾਰਿਆ ਜਾ ਸਕਦਾ ਸੀ। ਅਸੀਂ ਹੋਰ ਵੀ ਕਈ ਗੱਲਾਂ ਨੂੰ ਜਾਣਿਆ ਕਿ ਦਾਨੀਏਲ ਨੇ ਆਪਣੇ ਆਪ ਨੂੰ ਪਵਿੱਤਰ ਰੱਖਣ ਦੇ ਲਈ ਕਿੰਨੇ ਕਠੋਰ ਫੈਸਲੇ ਲਏ। ਜੇਕਰ ਉਹ ਇਹਨਾਂ ਵਿੱਚੋਂ ਕਿਸੇ ਵੀ ਗੱਲ ਦੇ ਵਿੱਚ ਅਸਫਲ ਹੋ ਜਾਂਦਾ ਤਾਂ ਉਸ ਨੂੰ ਉਸਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਸੀ। ਪਰ ਉਸ ਦਾ ਆਪਣੇ ਪਰਮੇਸ਼ਰ ਦੇ ਉੱਤੇ ਦ੍ਰਿੜ ਵਿਸ਼ਵਾਸ ਸੀ। ਉਹ ਵਿਪਰੀਤ ਪਰਿਸਥਿਤੀਆਂ ਦੇ ਵਿੱਚ ਵੀ ਆਪਣੇ ਵਿਸ਼ਵਾਸ ਵਿੱਚ ਬਣਿਆ ਰਿਹਾ। ਦੋਸਤੋ, ਦਾਨੀਏਲ ਨਬੀ ਦੀ ਇਹ ਕਹਾਣੀ ਸੱਚਮੁੱਚ ਸਾਡੇ ਸਾਰਿਆਂ ਦੇ ਲਈ, ਖਾਸ ਕਰਕੇ ਨੌਜਵਾਨਾਂ ਦੇ ਲਈ ਇੱਕ ਪ੍ਰੇਰਨਾ ਹੈ ਕਿ ਉਹ ਆਪਣੀ ਜਵਾਨੀ ਦੇ ਦਿਨਾਂ ਵਿੱਚ ਕਿਵੇਂ ਆਪਣੇ ਪਰਮੇਸ਼ਵਰ ਅਤੇ ਸਿਰਜਣਹਾਰ ਦੇ ਉੱਤੇ ਭਰੋਸਾ ਰੱਖ ਸਕਦੇ ਹਨ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਭਨਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜੇਕਰ ਹਾਂ ਤਾਂ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਆਪਣੇ ਵਿਚਾਰ ਜ਼ਰੂਰ ਦੱਸੋ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਜੀ, ਅੱਜ ਇੱਕ ਵਾਰ ਫੇਰ ਤੋਂ ਅਸੀਂ ਦਾਨੀਏਲ ਦੀ ਪੁਸਤਕ ਦੇ ਅਧਿਐਨ ਨੂੰ ਕਰ ਸਕੇ। ਪ੍ਰਭੂ ਜੀ, ਅੱਜ ਦੇ ਅਧਿਐਨ ਤੋਂ ਤੁਸੀਂ ਸਾਨੂੰ ਸਿਖਾਇਆ ਕਿ ਪ੍ਰਭੂ ਜੀ ਫੈਸਲਾ ਲੈਣਾ ਕੀ ਹੁੰਦਾ ਹੈ। ਤੁਸੀਂ ਸਿਖਾਇਆ ਕਿ ਇਸ ਫੈਸਲੇ ਤੋਂ ਸਾਨੂੰ ਕੀ ਨੁਕਸਾਨ ਹੋ ਸਕਦੇ ਹਨ। ਪਰ ਪ੍ਰਭੂ ਜੀ, ਜਿਹੜੇ ਵੀ ਤੁਹਾਡੇ ਤੇ ਵਿਸ਼ਵਾਸ ਕਰਦੇ ਆ, ਤੁਸੀਂ ਉਹਨਾਂ ਦੇ ਫੈਸਲਿਆਂ ਦਾ ਆਦਰ ਕਰਦੇ ਹੋ ਔਰ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹੋ। ਪ੍ਰਭੂ ਜੀ, ਦਾਨੀਏਲ ਨੇ ਤੁਹਾਡੇ ਵਿਧੀਆਂ ਦੇ ਅਨੁਸਾਰ, ਤੁਹਾਡੇ ਵਚਨ ਦੇ ਅਨੁਸਾਰ ਫੈਸਲਾ ਲਿਆ ਔਰ ਤੁਸੀਂ ਉਹਦੀ ਨਿਗਹਿਬਾਨੀ ਕੀਤੀ ਔਰ ਉਹਨੂੰ ਉੱਚਾ ਚੁੱਕਿਆ। ਅੱਜ ਪਿਤਾ ਪਰਮੇਸ਼ਰ, ਅਸੀਂ ਜਿੰਨਾ ਵੀ ਗੱਲਾਂ ਨੂੰ ਤੇਰੇ ਵਚਨ ਤੋਂ ਸਿੱਖਿਆ, ਪ੍ਰਭੂ ਜੀ, ਉਹਨਾਂ ਸਾਰਿਆਂ ਦੇ ਅਨੁਸਾਰ ਸਾਨੂੰ ਆਸ਼ੀਸ਼ ਤੇ ਬਰਕਤ ਦਿਓ। ਸਾਡੇ ਬੰਧਨਾਂ ਤੋਂ ਸਾਨੂੰ ਆਜ਼ਾਦ ਕਰੋ। ਸਾਨੂੰ ਪਿਤਾ ਪਰਮੇਸ਼ਰ ਆਪਣੇ ਵਿਸ਼ਵਾਸ ਵਿੱਚ ਮਜ਼ਬੂਤ ਕਰੋ। ਸਾਡੀ ਇਸ ਪ੍ਰਾਰਥਨਾ ਨੂੰ ਯਿਸੂ ਮਸੀਹ ਜੀ ਦੇ ਨਾਮ 'ਚ ਕਬੂਲ ਕਰੋ। ਯਿਸੂ ਮਸੀਹ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।